ਸੋ ਟਿਕਰੀ ਬਾਰਡਰ ਤੇ ਜੋ ਕਿਸਾਨਾਂ ਵੱਲੋਂ ਧਰਨਾ ਲਗਾਤਾਰ ਪਿਛਲੇ 2 ਮਹੀਨਿਆਂ ਤੋਂ ਨਿਰੰਤਰ ਜਾਰੀ ਹੈ। ਅਕਸਰ ਜਿਵੇਂ ਆਪਾਂ ਦੇਖਦੇ ਆ ਰਹੇ ਹਾਂ ਕਿ ਕਿਸਾਨਾਂ ਵੱਲੋਂ ਜੋ ਇਹ ਮੁਜ਼ਾਹਰਾ ਕੀਤਾ ਜਾ ਰਿਹਾ ਹੈ, ਇਹਦੇ 'ਚ ਬਹੁਤ ਤਰ੍ਹਾਂ ਦੀ ਦੁਨੀਆ ਕੋਈ ਵਿਦੇਸ਼ਾਂ ਤੋਂ ਆਪਦੇ ਇਸ ਕੰਟਰੀ ਤੋਂ ਕਿਸੇ ਕੋਈ ਦੂਰ ਦੁਰਾਡੇ ਸਫ਼ਰ ਕਰਕੇ ਪਹੁੰਚ ਰਿਹਾ। ਬਹੁਤ ਲੋਕ ਵਿਦੇਸ਼ਾਂ ਤੋਂ ਵੀ ਪਹੁੰਚੇ ਹੈ, ਜਿਹਦਾ ਜਿਸ ਤਰ੍ਹਾਂ ਲੋਟ ਆ ਰਿਹਾ ਹੈ, ਜਿਸ ਤਰ੍ਹਾਂ ਦਾ ਜਿਸ ਦਾ ਕੋਈ ਕੰਮ ਹੈ, ਉਹਦੇ ਮੁਤਾਬਿਕ ਹਰੇਕ ਕੋਸ਼ਿਸ਼ ਹਰੇਕ ਦੀ ਤਕਰੀਬਨ ਇਹ ਹੈ ਕਿ ਇਸ ਧਰਨੇ ਦੇ ਉੱਪਰ ਪਹੁੰਚਿਆ ਜਾਵੇ ਤੇ ਆਪਦਾ ਯੋਗਦਾਨ ਦਿੱਤਾ ਜਾਵੇ ਤਾਂ ਕਿ ਸਰਕਾਰ ਦੇ ਵਿਰੁੱਧ ਇੱਕ ਰੋਸ਼ ਦੇ ਵਿੱਚ ਆਪਦਾ ਇੱਕ ਕੰਟਰੀਬਿਊਸ਼ਨ ਜੋ ਯੋਗਦਾਨ ਹੈ ਉਹ ਪਾਇਆ ਜਾ ਸਕੇ। ਸੋ ਇੱਥੇ ਬਲਾਕ ਲੰਬੀ ਦੇ ਜੋ ਕਿਸਾਨ ਪਿੰਡਾਂ ਤੋਂ ਪਹੁੰਚੇ ਹੈ, ਉਹਨਾਂ ਦੇ ਟਰਾਲੀਆਂ ਦੇ ਗੜ੍ਹ ਦੇ ਵਿੱਚ ਅਸੀਂ ਪਹੁੰਚੇ ਹਾਂ ਤੇ ਉੱਥੇ ਕਵਰ ਕਰਦੇ ਹਾਂ। ਸਾਨੂੰ ਇੱਕ ਖਾਸ ਸ਼ਖਸੀਅਤ ਮਿਲੀ ਜੋ ਕਿ ਆਪਣੇ ਆਪ 'ਚ ਇੱਕ ਕਾਬਿਲੇ ਤਾਰੀਫ ਹੈ। ਉਹ ਇੱਥੇ ਇਸ ਧਰਨੇ ਦੇ ਉੱਪਰ ਪਹੁੰਚੇ ਹੈ ਤੇ ਬਟ ਅਸੀਂ ਜੋ ਦੇਖਿਆ ਕਿ ਇੱਕ ਬਹੁਤ ਆਪਾਂ ਦੇਖਦੇ ਹਾਂ ਕਿ ਤੰਦਰੁਸਤ ਲੋਕ ਆਪਾਂ ਕਿਸੇ ਨਾ ਕਿਸੇ ਟਾਈਮ ਵਕਤ ਕਾਲ ਕਰ ਜਾਂਦੇ ਹਾਂ ਕਿ ਜੀ ਆਪਾਂ ਉੱਥੇ ਲੋਕ ਜੋ ਬੈਠੇ ਆ ਆਪਣੇ ਆਪ ਸੰਭਾਲ ਲੈਣਗੇ, ਆਪਾਂ ਜਾ ਕੇ ਕੀ ਲੈਣਾ। ਬਟ ਇਹੋ ਜਿਹੇ ਵੀ ਲੋਕ ਦੁਨੀਆ ਦੇ ਵਿੱਚ ਵਸਦੇ ਜਿਹੜੇ ਕਿ ਮਿਸਾਲਾਂ ਪੈਦਾ ਕਰਦੇ ਆ ਕਿ ਇੱਕ ਸੰਘਰਸ਼ ਦੇ ਵਿੱਚ ਹਰੇਕ ਦਾ ਪਹੁੰਚਣਾ ਜ਼ਰੂਰੀ ਹੈ ਤਾਂ ਕਿ ਇੱਕ ਤਿਣਕੇ ਨਾਲ ਇੱਕ ਐਡਾ ਜਲਜਲਾ ਬਣ ਜਾਏ ਕਿ ਸਰਕਾਰਾਂ ਨੂੰ ਆਪਦੇ ਗਲਤ ਫੈਸਲੇ ਵਾਪਸ ਲੈਣ 'ਤੇ ਮਜਬੂਰ ਕੀਤਾ ਜਾ ਸਕੇ। ਸੋ ਸਾਡੇ ਨਾਲ ਇੱਕ ਸ਼ਖਸ ਹੈ ਜੋ ਕਿ ਪੂਰਨ ਤੌਰ 'ਤੇ ਵਿਕਲਾਂਗ ਹੈਗੇ, ਉਹਨਾਂ ਦੇ ਦੋਨੇ ਪੈਰ ਲੈਗਸ ਲੱਤਾਂ ਦੋਨੋਂ ਕੰਮ ਨਹੀਂ ਕਰਦੀਆਂ, ਪੋਲੀਓ ਤੋਂ ਪੀੜਤ ਹੈ, ਬਟ ਫਿਰ ਵੀ ਉਹ ਇਸ ਧਰਨੇ ਦੇ ਵਿੱਚ ਆਪਦਾ ਯੋਗਦਾਨ ਪਾਉਣ ਲਈ ਪਹੁੰਚੇ ਹੈ। ਸੋ ਅਸੀਂ ਇਹਨਾਂ ਨਾਲ ਤੁਹਾਡੀ ਗੱਲਬਾਤ ਕਰਵਾਵਾਂਗੇ ਕਿ ਕੀ ਇਹਨਾਂ ਦਾ ਇੱਥੇ ਆਉਣ ਦਾ ਮੰਤਵ ਹੈ ਤੇ ਕਿਸ ਵਸੀਲੇ ਦੇ ਨਾਲ ਇਹ ਇੱਥੇ ਪਹੁੰਚੇ ਹੈ। ਸੋ ਕੀ ਨਾਮ ਹੈ ਜੀ ਤੁਹਾਡਾ? ਸੁਖਦੇਵ ਸਿੰਘ ਜੀ। ਸੁਖਦੇਵ ਸਿੰਘ, ਕਿੱਥੋਂ ਦੇ ਰਹਿਣ ਵਾਲੇ ਤੁਸੀਂ? ਜੀ ਮੁਕਤਸਰ ਜ਼ਿਲ੍ਹਾ ਹੈਗਾ, ਬਲਾਕ ਲੰਮੀ, ਪਿੰਡ ਸਿੰਘੇ ਵਾਲਾ। ਸਿੰਘੇ ਵਾਲਾ ਪਿੰਡ ਕਿੱਥੇ? ਆਪਣੇ ਲੰਬੀ ਬਲਾਕ ਦੇ ਵਿੱਚ ਕਿਹੜੀ ਸਾਈਡ ਤੇ ਪੈਂਦਾ ਜੀ ਪਿੰਡ ਤੁਹਾਡਾ? ਬਾਦਲ ਪਿੰਡ। ਸੁਖਦੇਵ ਸਿੰਘ, ਜਿਵੇਂ ਕਿ ਅਸੀਂ ਦੇਖ ਰਹੇ ਹਾਂ, ਅਸੀਂ ਚਾਹਾਂਗੇ ਕਿ ਤੁਸੀਂ ਕੈਮਰੇ ਤੇ ਆਪਣੀ ਸਰੀਰਕ ਅਵਸਥਾ ਜੋ ਹੈ ਵੀ ਤੁਸੀਂ ਕਿਸੇ ਬਿਮਾਰੀ ਤੋਂ ਪੀੜਤ ਹੋ ਜਾਂ ਕੀ ਤੁਹਾਡੀ ਸਰੀਰਕ ਅਵਸਥਾ ਉਹਦੇ ਬਾਰੇ ਤੁਸੀਂ ਖੁਦ ਦੱਸੋ। ਕਿਉਂਕਿ ਇਹ ਮੇਰੀਆਂ ਲੱਤਾਂ ਬਚਪਨ 'ਚ ਖੜ ਗਈਆਂ ਸੀਗੀਆਂ, 3 ਸਾਲ ਦਾ ਸੀਗਾ, ਟੁਰਦੇ ਫਿਰਦੇ ਨੂੰ ਪੋਲੀਓ ਹੋ ਗਿਆ ਸੀਗਾ। ਉਹਦੇ ਵਿੱਚ ਮਤਲਬ ਵੀ ਦੋਨੇ ਲੱਤਾਂ ਖੜ ਗਈਆਂ ਸੀਗੀਆਂ। ਪਹਿਲਾਂ ਇੱਕ ਲੱਤ ਨੂੰ ਪੋਲੀਓ ਹੋ ਗਿਆ ਸੀਗਾ, ਚੱਕ ਕੇ ਘਰਦਿਆਂ ਨੇ ਮੰਨਾ ਵੀ ਗੋਨਿਆਂ ਨੇ ਦਾਖਲ ਕਰਾਤਾ, ਉੱਥੇ ਕੋਈ ਫਰਕ ਨਹੀਂ ਪਿਆ। ਉੱਥੋਂ ਚੱਕ ਕੇ ਮੈਨੂੰ ਬਾਜਿਆਂ ਨੇ ਦਾਖਲ ਕਰਾਈ ਰੱਖਿਆ, ਮਤਲਬ ਵੀ ਉੱਥੇ ਕੋਈ ਫਰਕ ਨਹੀਂ ਪਿਆ ਜੀ। ਤੁਹਾਡੇ ਕਹਿਣ ਦਾ ਮਤਲਬ ਇਹ ਦੋਨੋਂ ਲੱਤਾਂ ਤੁਹਾਡੀਆਂ ਕੰਮ ਨਹੀਂ ਕਰਦੀਆਂ? ਮਤਲਬ ਵੀ 100% ਮਤਲਬ ਵੀ ਆ ਰਹੀ ਹੈ। ਮਤਲਬ ਵੀ ਸਰਕਾਰ ਨੇ ਜੋ ਪੈਨਸ਼ਨ ਦਿੰਦੀ ਹੈਗੀ ਹੈ, ਉਹਦੇ ਨਾਲ ਨਾ ਤਾਂ ਬੰਦੇ ਦਾ ਖਰਚਾ ਟੁਰ ਸਕਦਾ, ਨਾ ਘਰ ਦਾ ਖਰਚਾ ਟੁਰ ਸਕਦਾ। ਉਹਦੇ ਵਿੱਚ ਐਂ ਜੀ ਇਹ ਮਤਲਬ ਵੀ ਟਾਇਰ ਵੀ ਨਹੀਂ ਰੇਹੜੀ 'ਤੇ ਪਵਾਏ ਜਾਂਦੇ। ਤੇ ਇੱਥੇ ਤੁਸੀਂ ਅੱਜ ਬਹਾਦਰਗੜ੍ਹ ਸ਼ਹਿਰ 'ਚੋਂ ਦਿੱਲੀ ਦੇ ਨਜ਼ਦੀਕ ਜਿੱਥੇ ਕਿਸਾਨਾਂ ਵੱਲੋਂ ਧਰਨਾ ਲਾਇਆ ਹੋਇਆ, ਇੱਥੇ ਤੁਹਾਨੂੰ ਕੋਈ ਲੈ ਕੇ ਆਇਆ ਜਾਂ ਕਿਵੇਂ ਤੁਸੀਂ ਪਹੁੰਚੇ ਹੋ? ਕੀ ਤੁਹਾਡਾ ਇੱਥੇ ਆਉਣ ਦਾ ਕਾਰਨ ਹੈ, ਕੁਛ ਦੱਸੋ ਥੋੜ੍ਹਾ। ਮੈਂ ਜੀ ਇੱਥੇ ਮਤਲਬ ਵੀ 14 ਤਰੀਕ ਦਾ ਆਇਆ ਹੋਇਆ, ਮੈਨੂੰ ਇੱਥੇ 2 ਮਹੀਨੇ ਹੋ ਗਏ ਲਗਭਗ। ਕਿਉਂਕਿ ਜੇ ਮੈਨੂੰ ਪਤਾ ਲੱਗਿਆ ਜੀ ਜਦੋਂ ਕਿਸਾਨਾਂ ਨੇ ਧਰਨਾ ਲਾਇਆ ਸੀਗਾ, ਕਿਉਂਕਿ ਜਦੋਂ ਕਿਸਾਨ ਹੀ ਨਾ ਰਿਹਾ ਤਾਂ ਮਜ਼ਦੂਰ ਕਿੱਥੇ ਜਾਊਗਾ ਜੀ। ਇਹਦਾ ਮਤਲਬ ਤੁਹਾਡਾ ਕਿਸਾਨੀ ਨਾਲ ਸਿੱਧੇ ਤੌਰ 'ਤੇ ਕੋਈ ਤਾਲੁਕਾਤ ਨਹੀਂ ਹੈ? ਨਹੀਂ ਜੀ, ਮਤਲਬ ਵੀ ਕਿਸਾਨਾਂ ਨਾਲ ਤਾਲੁਕਾਤ ਨਹੀਂ ਹੁੰਦਾ ਦੀ, ਮਤਲਬ ਵੀ 9 ਮਾਸ ਦਾ ਰਿਸ਼ਤਾ ਜੀ। ਤੁਸੀਂ ਮਜ਼ਦੂਰ ਵਰਗ 'ਚੋਂ ਬਿਲੋਂਗ ਕਰਦੇ ਹੋ? ਹਾਂਜੀ, ਮਜ਼ਦੂਰੀ ਕਰਦੇ ਹੋ ਤੇ ਆਪਦਾ ਪੇਟ ਪਾਲਦੇ ਹੋ। ਸੋ ਜਿਵੇਂ ਅਸੀਂ ਦੇਖ ਰਹੇ ਹਾਂ ਕਿ ਬਹੁਤ ਤੰਦਰੁਸਤ ਲੋਕ ਵੀ ਆਪਦੇ ਕੰਮਾਂ ਦੇ ਵਿੱਚ ਆਪਦੀਆਂ ਮਜਬੂਰੀਆਂ ਗਿਣਾ ਕੇ ਆਪਦੇ ਘਰਾਂ 'ਚ ਬੈਠੇ ਹੈ, ਫਿਰ ਵੀ ਤੁਸੀਂ ਜਿਵੇਂ ਵਿਕਲਾਂਗ ਹੋ ਕੇ ਤੁਹਾਡੀ ਲੱਤਾਂ ਤੁਹਾਡੀਆਂ ਕੰਮ ਨਹੀਂ ਕਰਦੀਆਂ ਤਾਂ ਵੀ ਤੁਸੀਂ ਇੱਥੇ ਆਏ ਹੋ। ਕੀ ਤੁਹਾਡੇ ਮਨ 'ਚ ਇਹੋ ਜਿਹੀ ਕੀ ਫੀਲਿੰਗ ਆਈ ਕਿ ਤੁਹਾਨੂੰ ਇੱਥੇ ਜਾਣਾ ਚਾਹੀਦਾ? ਕਿਉਂਕਿ ਜੀ ਮੇਰੇ ਕੋਲ ਕੋਈ ਜ਼ਮੀਨ ਨਹੀਂ, ਮੇਰੇ ਅੰਦਰ ਜ਼ਮੀਰ ਹੈ। ਕਿਉਂਕਿ ਜਿਹੜੇ ਬੰਦੇ ਦੇ ਅੰਦਰ ਜ਼ਮੀਰ ਹੀ ਨਹੀਂ, ਉਹ ਕੀ ਇਸ ਅੰਦੋਲਨ ਦੇ ਵਿੱਚ ਆਊਗਾ? ਜਿਹੜੇ ਨੇ ਇਹ ਵੇਖ ਲਿਆ, ਉਹ ਸਭ ਨਾਲ ਪਰਮਾਤਮਾ ਵੇਖ ਲਿਆ ਉਹਨੇ। ਸੋ ਬਹੁਤ ਵੱਡੀ ਗੱਲ ਇਹ ਕਹਿ ਰਹੇ ਹੈ ਜੀ ਕਿ ਜ਼ਮੀਨ ਨਹੀਂ ਹੈ ਬਟ ਜ਼ਮੀਰ ਜਾਗਦਾ ਹੈ, ਜ਼ਮੀਰ ਹੈ। ਸੋ ਇਸ ਜ਼ਮੀਰ ਨੇ ਤੁਹਾਨੂੰ ਮਜਬੂਰ ਕੀਤਾ ਕਿ ਤੁਸੀਂ ਇੱਥੇ ਦਿੱਲੀ ਧਰਨੇ ਤੇ ਪਹੁੰਚੋ। ਹਾਂਜੀ। ਤੇ ਕੀ ਕਾਹਦੇ ਤੇ ਤੁਸੀਂ ਬੈਠ ਕੇ ਆਏ ਹੋ ਜੀ? ਟਰੈਕਟਰ ਟਰਾਲੀ ਤੇ ਪਹੁੰਚੇ ਹੋ ਜਾਂ ਕੋਈ ਟ੍ਰੇਨ ਤੇ? ਕੀ ਸਾਧਨ ਰਿਹਾ ਤੁਹਾਡਾ? ਨਹੀਂ ਜੀ, ਮੈਂ ਆਪਦਾ ਟਰਾਈਸਾਈਕਲ ਲੈ ਕੇ ਆਇਆ ਸੀਗਾ। ਮੈਂ ਉੱਥੋਂ 14 ਨੂੰ ਚੱਲਿਆ ਸੀਗਾ ਤੇ ਤੀਜੇ ਦਿਨ ਮੈਂ ਇੱਥੇ ਆ ਗਿਆ। ਸੋ ਦੇਖੋ ਜੀ, ਆਪਦੇ ਆਪ 'ਚ ਬੜੀ ਹਿੰਮਤ ਵਾਲਾ ਕੰਮ ਹੈ ਵੀ ਆਪਦੇ ਟਰਾਈਸਾਈਕਲ ਦੇ ਉੱਪਰ ਤੁਸੀਂ ਇੱਥੇ ਦਿੱਲੀ ਪਹੁੰਚੇ ਹੋ। ਖੁਦ ਚਲਾ ਕੇ ਲਿਆਏ ਜਾਂ ਕੋਈ ਤੁਸੀਂ ਕਿਸੇ ਨੂੰ ਕੋਈ ਸਪੋਰਟ ਰਸਤੇ 'ਚ ਤੁਸੀਂ ਕਿਸੇ ਦਾ ਸਹਾਰਾ ਲਿਆ? ਨਹੀਂ ਜੀ, ਸਪੋਰਟ ਤਾਂ ਬਹੁਤ ਕਰਦੇ ਸੀਗੇ ਪਰ ਮੈਂ ਆਪਦਾ ਸਹਾਰਾ ਨਹੀਂ ਲਿਆ ਕਿਸੇ ਤੋਂ। ਕਿਉਂਕਿ ਸਹਾਰਾ ਤਾਂ ਉਹ ਬੰਦਾ ਲੈਂਦਾ ਹੁੰਦਾ ਜਿਹਦੇ ਮਤਲਬ ਵੀ ਅੰਗ ਪੈਰ ਵੀ ਸਹੀ ਹੋਣ। ਉਹ ਕਹਿ ਦਿੰਦਾ ਯਾਰ ਟੁਰ ਕੇ ਕਿੱਧਰ ਜਾਵਾਂਗੇ।
ਕਿਉਂਕਿ ਮੈਂ ਤਾਂ ਇਹੋ ਜਿਹਾ ਬੰਦਾ ਹੈਗਾ, ਮੈਨੂੰ ਤਾਂ ਜਿੱਥੇ ਭਲਾਈ ਮਰਜ਼ੀ ਭੇਜ ਦਿਓ ਤਾਂ ਵੀ ਜਾਵਾਂ। ਤੇ ਕੋਈ ਰਾਹ 'ਚ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਹੋਵੇ? ਨਹੀਂ ਜੀ, ਕੋਈ ਦਿੱਕਤ ਨਹੀਂ ਹੈਗੀ, ਕਿਉਂਕਿ ਮੈਂ ਤਾਂ ਸਰਕਾਰ ਨੂੰ ਇਹੀ ਕਹਿਣਾ ਚਾਹੁੰਦਾ, ਕਿਉਂਕਿ ਸਰਕਾਰ ਨੂੰ ਸਾਨੂੰ ਜਮਾਂ ਮੰਨ ਲਾ ਵੀ ਕੋਈ ਮਕਾਨ ਨਹੀਂ ਦਿੱਤਾ, ਕੋਈ ਜਗ੍ਹਾ ਨਹੀਂ ਦਿੱਤੀ ਰਹਿਣ ਵਾਸਤੇ। ਸਰਕਾਰ ਨੂੰ ਇਹੀ ਕਹਿਣਾ ਚਾਹੁੰਦੇ ਆ ਵੀ ਸਾਨੂੰ ਕੋਈ ਜਗ੍ਹਾ ਬਣਨੀ ਚਾਹੀਦੀ ਹੈ, ਜਾਂ ਕੋਈ ਹੈਂਡੀਕੈਪਟ ਦੀ ਸਹਾਇਤਾ ਕਰਨੀ ਚਾਹੀਦੀ ਹੈ। ਕੋਈ ਵੀ ਹੈਗਾ, ਜਿਵੇਂ ਬਾਹਰਲੇ ਮੁਲਕਾਂ ਦੇ ਵਿੱਚ ਆਪਣੇ ਨੌਜਵਾਨ ਬੈਠੇ ਹੈਗੇ ਆ, ਉਹਨਾਂ ਨੂੰ ਵੀ ਆਪਾਂ ਇਹੀ ਅਪੀਲ ਕਰਦੇ ਹਾਂ ਵੀ ਸਾਡੀ ਸਹਾਇਤਾ ਕਰੋ। ਸੋ ਦੇਖੋ ਜੀ, ਗਰੀਬੀ ਦੀ ਮਾਰ ਹੈ, ਬਟ ਫਿਰ ਵੀ ਜਿਵੇਂ ਇਹਨਾਂ ਨੇ ਦੱਸਿਆ ਕਿ ਜਾਗਦਾ ਜ਼ਮੀਰ ਹੈ, ਤੇ ਜ਼ਮੀਰ ਨੇ ਇਹਨਾਂ ਨੂੰ ਫੋਰਸ ਕਰਿਆ ਕਿ ਮੈਂ ਇੱਥੇ ਪਹੁੰਚ ਕੇ ਕਿਸਾਨ ਜੋ ਇੱਥੇ ਧਰਨੇ ਦੇ ਉੱਪਰ ਪਿਛਲੇ 2 ਮਹੀਨਿਆਂ ਤੋਂ ਬੈਠੇ ਆ, ਉਹਨਾਂ ਦੇ ਨਾਲ ਉਸ ਸੰਘਰਸ਼ ਦੇ ਵਿੱਚ ਸ਼ਾਮਿਲ ਹੋਵਾਂ। ਤੇ ਇਹ ਜੋ ਬਿੱਲ ਖੇਤੀ ਦੇ ਕਾਨੂੰਨ ਸਰਕਾਰ ਵੱਲੋਂ ਲਾਗੂ ਕੀਤੇ ਗਏ ਆ, ਕੀ ਇਹਨਾਂ ਦੇ ਵਿਰੁੱਧ ਤੁਹਾਡਾ ਕੀ ਰੋਸ਼ ਹੈ? ਕਿਉਂਕਿ ਜੀ ਇਹ ਇਕੱਲੇ ਕਿਸਾਨ ਤੇ ਨਹੀਂ ਜੀ, ਇਹ ਇਕੱਲੇ ਕਿਸਾਨ ਤੇ ਨਹੀਂ ਗਾ, ਮਜ਼ਦੂਰ ਤੇ ਵੀ ਹੈ, ਆੜ੍ਹਤੀ ਤੇ ਵੀ ਹੈ, ਹਰ ਇੱਕ ਵਰਗ ਤੇ ਹੈਗਾ। ਕਿਉਂਕਿ ਜੀ ਐਂ ਹੁਣ ਜਿਹੜਾ 1900 ਰੁਪਏ ਵਾਲਾ ਆਟਾ, ਉਹ ਬੰਦਾ ਜਿਹੜਾ 300 ਰੁਪਏ ਦੀ ਦਿਹਾੜੀ ਕਰਦਾ, ਉਹ ਕਿੱਥੋਂ ਖਵਾ ਦੂਗਾ ਜੀ? ਜੇ ਮੰਨ ਲਾ 4 ਰਿਸ਼ਤੇਦਾਰ ਵੀ ਬੈਠੇ ਹੋਏ, ਥੈਲੀ 'ਚ ਆਟਾ ਭੈੜਾ ਲੱਗਦਾ, ਤੁਹਾਨੂੰ ਪਤਾ ਆਪ ਨੂੰ ਵੀ, ਕਿਉਂਕਿ ਗਰੀਬ ਦੇ ਘਰੇ ਤਾਂ ਕਣਕ ਵੀ ਉਹੀ ਕਣਕ ਦੇ 4 ਦਾਣੇ ਆਉਣੇ ਹੁੰਦੇ ਆ। ਤੁਹਾਨੂੰ ਇਹ ਲੱਗਦਾ ਵੀ ਇਹ ਖੇਤੀ ਬਿੱਲਾਂ ਦੇ ਲਾਗੂ ਹੋਣ ਨਾਲ ਇਹ ਕਣਕ ਖਰੀਦਣੀ ਵੀ ਮੁਸ਼ਕਲ ਹੋ ਜਾਣੀ ਹੈ? ਹਾਂਜੀ, ਇਹ ਤਾਂ ਬਹੁਤ ਮੁਸ਼ਕਲ ਹੋ ਜਾਣਾ, ਕਿਉਂਕਿ ਕਣਕ ਕੀ ਇਹ 'ਚ ਇੱਕ ਚੀਜ਼ ਖਰੀਦਣੀ ਮੁਸ਼ਕਲ ਹੋ ਜਾਣੀ ਜੀ। ਜਿਹੜੀ 1 ਰੁਪਏ ਦੀ ਮਾਚਿਸ ਆਉਂਦੀ ਅੱਜ ਆਪਾਂ ਨੂੰ, ਉਹ ਵੀ ਟੈਕਸ ਤੇ ਆਉਂਦੀ ਜੀ। ਸੋ ਦੇਖੋ ਜੀ, ਵਾਕਈ ਰਗ ਰਗ ਦੇ ਵਿੱਚ ਹਰੇਕ ਇਨਸਾਨ ਨੂੰ ਇਹੀ ਮਹਿਸੂਸ ਹੋ ਰਿਹਾ ਹੈ ਜੋ ਇਸ ਟਾਈਮ ਇਸ ਧਰਨੇ ਦੇ ਵਿੱਚ ਬੈਠੇ ਹੈ, ਕਿ ਜੇਕਰ ਇਹ ਖੇਤੀ ਕਾਨੂੰਨ ਸਰਕਾਰ ਲਾਗੂ ਕਰਨ ਦੇ ਵਿੱਚ ਕਾਮਯਾਬ ਹੋ ਜਾਂਦੀ ਹੈ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਗਰੀਬ ਬੰਦੇ ਲਈ ਆਪਦੇ ਖਾਣਯੋਗ ਆਟਾ ਖਰੀਦਣਾ ਵੀ ਉਹਦੀ ਪਹੁੰਚ ਤੋਂ ਬਾਹਰ ਹੋ ਜਾਣਾ। ਸੋ ਕੀ ਮੰਗ ਹੈ ਜੀ ਤੁਹਾਡੀ ਸਰਕਾਰ ਤੋਂ, ਕੀ ਕਰਨਾ ਚਾਹੀਦਾ ਤਾਂ ਕਿ ਇਹ ਮਸਲਾ ਹੱਲ ਹੋ ਸਕੇ? ਕਿਉਂਕਿ ਇਹ ਤਿੰਨੇ ਕਾਨੂੰਨ ਜਿਹੜੇ ਬਣਾਏ ਹੈਗੇ ਮੋਦੀ ਸਰਕਾਰ ਨੇ, ਇਹ ਵਾਪਸੀ ਕਰਨੀ ਚਾਹੀਦੀ। ਸੋ ਇੱਕੋ ਇੱਕ ਮੰਗ ਜੋ ਅਕਸਰ 4 ਚੁਫੇਰਿਓਂ ਸਾਨੂੰ ਹਰੇਕ ਵੱਲੋਂ ਸੁਣਨ ਨੂੰ ਮਿਲ ਰਹੀ ਹੈ ਕਿ ਇਹਦਾ ਇੱਕੋ ਇੱਕ ਹੱਲ ਹੈ ਕਿ ਜੀ ਇਹਨਾਂ ਕਾਨੂੰਨਾਂ ਨੂੰ ਵਾਪਸ ਲੈ ਕੇ ਇਸ ਮਸਲੇ ਦਾ ਹੱਲ ਕੀਤਾ ਜਾਵੇ। ਸੋ ਇਹ ਸੀ ਉਹ ਵਿਅਕਤੀ ਜੋ ਕਿ ਆਪਦੇ ਹਿੰਮਤ ਨਾਲ, ਆਪਦੇ ਜੋਸ਼ ਤੇ ਜਜ਼ਬੇ ਨਾਲ ਐਡਾ ਲੰਬਾ ਪੈਂਡਾ ਤੈਅ ਕਰਦੇ ਹੋਏ ਇਸ ਕਿਸਾਨਾਂ ਸੰਘਰਸ਼ ਦੇ ਵਿੱਚ ਆਪਦਾ ਯੋਗਦਾਨ ਪਾਉਣ ਲਈ ਇਸ ਟਿਕਰੀ ਬਾਰਡਰ ਤੇ ਇਸ ਧਰਨੇ ਦੇ ਵਿੱਚ ਪਹੁੰਚੇ ਹੈ। ਸੋ ਕੈਮਰਾਮੈਨ ਜਗਦੀਪ ਸਿੰਘ ਦੇ ਨਾਲ ਮੈਂ ਸਤਵੀਰ ਸਿੰਘ, ਅਕਸ ਪੰਜਾਬ ਦਾ ਨਿਊਜ਼ ਚੈਨਲ ਲਈ ਧੰਨਵਾਦ।